ਮੱਧਕਾਲੀਨ ਸਮੇਂ ਵਿੱਚ ਨਾਥ ਜੋਗੀਆਂ ਦਾ ਅਤੇ ਪੰਡਤਾਂ ਦਾ ਜਨ ਸਧਾਰਨ ਦੇ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਸੀ। 19ਵੀਂ ਸਦੀ ਦੇ ਮਸ਼ਹੂਰ ਕਵੀ ਕਾਦਰ ਯਾਰ, ਜਿਨ੍ਹਾਂ ਨੂੰ ਪੰਜਾਬੀ ਵਿੱਚ ਕਾਫੀ ਮਸ਼ਹੂਰ ਕਿੱਸੇ ਲਿਖੇ ਹਨ। ਕਾਦਰ ਯਾਰ ਦੀ ਰਚਨਾ ਕਿੱਸਾ ਪੂਰਨ ਭਗਤ ਬਹੁਤ ਹੀ ਹਰਮਨ ਪਿਆਰਾ ਹੋਇਆ। ਇਸ ਤੋਂ ਇਲਾਵਾ ਕਿੱਸਾ ਰਸਾਲੂ, ਸੋਹਣੀ ਮਹੀਵਾਲ, ਸ਼ੇਰਫੀਆਂ, ਹਰੀ ਸਿੰਘ ਨਲੂਆ, ਮਹਿਰਾਜਨਾਮਾ ਤੇ ਰਾਜਨਾਮਾ ਕਾਦਰ ਯਾਰ ਨੇ ਲਿਖੇ ਹਨ। ਪੂਰਨ ਭਗਤ ਦਾ ਕਿੱਸਾ ਲਿਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਾਦਰ ਯਾਰ ਨੂੰ ਖੂਹ ਇਨਾਮ ਵਿੱਚ ਦਿੱਤਾ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ। ਸਿਆਲਕੋਟ ਉਸਦੀ ਰਾਜਧਾਨੀ ਸੀ। ਸਲਵਾਨ ਇੱਕ ਆਸ਼ਕ ਮਿਜਾਜ ਤੇ ਮੌਜ ਮਸਤੀ 'ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਕੋਈ ਤੋੜ ਤਾਂ ਨਹੀਂ ਸੀ। ਜੇ ਘਾਟ ਸੀ ਤਾਂ ਇੱਕ ਔਲਾਦ ਦੀ। ਢਲਦੀ ਉਮਰੇ ਬੜੀਆਂ ਮਿੰਨਤਾਂ ਮੰਨਣ ਮਗਰੋਂ ਉਸਦੀ ਰਾਣੀ ਇੱਛਰਾਂ ਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ, ਜਿਸ ਦਾ ਨਾਂ ਪੂਰਨ ਰੱਖਿਆ ਗਿਆ। ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਜੂਮੀ ਤੇ ਪੰਡਤ ਸੱਦ ਲਏ ਤੇ ਉਹਨਾਂ ਦੀ ਸਲਾਹ ਲਈ। ਉਹਨਾਂ ਨੇ ਕਿਹਾ ਕਿ ਨਵ ਜਨਮਿਆ ਬੱਚਾ ਪੂਰੇ 12 ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ। ਉਹਨਾਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸਲਵਾਨ ਨੇ ਛੋਟੇ ਜਿਹੇ ਚੀੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ 12 ਵਰ੍ਹੇ ਭੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ। ਪੂਰਨ ਦੀ ਮਾਂ ਇੱਛਰਾਂ ਤੜਫਦੀ ਰਹੀ, ਕੁਰਲਾਉਂਦੀ ਰਹੀ, ਪਰ ਉਹਦੀ ਕਿਸੇ ਨੇ ਨਹੀਂ ਸੁਣੀ। ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ। ਭਲਾ ਰਾਜੇ ਦੇ ਹੁਕਮ ਨੂੰ ਵੀ ਕੌਣ ਟਾਲੇ। ਪੂਰਨ ਨੂੰ ਗੋਲੀਆਂ ਸਮੇਤ ਭੌਰੇ ਵਿੱਚ ਪਾ ਦਿੱਤਾ ਗਿਆ। ਇੱਛਰਾਂ ਦੀ ਕਿਸੇ ਨੇ ਇੱਕ ਨਾ ਮੰਨੀ। ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ। ਸਲਵਾਨ ਦੀ ਚਾਹੇ ਉਮਰ ਢਲ ਰਹੀ ਸੀ, ਪਰ ਇਸ ਢਲਦੀ ਉਮਰ 'ਚ ਵੀ ਉਹ ਐਸ਼ਪ੍ਰਸਤੀ ਲਈ ਨਵਜੋਬਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆਇਆ। ਇੱਛਰਾਂ ਅੰਦਰ ਸਲਮਾਨ ਲਈ ਕੋਈ ਕਸ਼ਿਸ਼ ਨਹੀਂ ਸੀ ਰਹੀ ਤੇ ਇੱਛਰਾਂ ਤਾਂ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਹੀ ਨਹੀਂ ਝੱਲ ਸਕੀ ਤੇ ਉਹ ਤਾਂ ਆਪਣੇ ਪੁੱਤ ਦੇ ਵਿਛੋੜੇ ਨੂੰ ਸੀਨੇ ਨਾਲ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਂ-ਬਾਪ ਦੇ ਮੋਹ ਮਮਤਾ ਤੋਂ ਸੱਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜ੍ਹਨ ਲੱਗਿਆ। ਜਦੋਂ 12 ਵਰ੍ਹੇ ਬੀਤ ਗਏ ਤਾਂ ਪੂਰਨ ਨੂੰ ਭੋਰਿਓਂ ਬਾਹਰ ਕੱਢਿਆ ਗਿਆ। ਰੂਪ ਦੀ ਸਾਕਾਰ ਮੂਰਤ, ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾ ਮਾਰ ਰਹੀ ਸੀ। ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ। ਰਾਜੇ ਨੇ ਪਹਿਲਾਂ ਹੁਕਮ ਸੁਣਾ ਦਿੱਤਾ ਕਿ ਜਾ ਤੂੰ ਆਪਣੀਆਂ ਜਾ ਕੇ ਮਾਵਾਂ ਨੂੰ ਪਹਿਲਾਂ ਮਿਲ ਲੈ। ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅੱਥਰੂ ਵਹਿ ਤੁਰੇ। ਪੂਰਨ ਨੇ ਮਾਂ ਦੇ ਚਰਨ ਛੂਹੇ, ਪਰ ਮਾਂ ਦਾ ਤਾਂ ਚਾਅ ਹੀ ਨਹੀਂ ਸੀ ਝੱਲਿਆ ਜਾਂਦਾ। ਉਹ ਪੂਰਨ ਦੇ ਬਣ ਪੈਂਦੇ ਰੂਪ ਤੇ ਬਲਿਹਾਰੇ ਜਾ ਰਹੀ ਸੀ। ਉਸ ਨੂੰ ਦੇਖ ਕੇ ਨਿਹਾਰੇ ਜਾ ਰਹੇ ਸੀ। ਪੁੱਤ ਪੂਰਨਾ, ਅੱਜ ਆਪਾਂ ਰੱਜ ਕੇ ਹੀ ਗੱਲਾਂ ਕਰਨੀਆਂ ਨੇ। ਮੈਂ ਤਾਂ ਤੈਨੂੰ 12 ਵਰਸਾਂ ਬਾਅਦ ਵੇਖਿਆ ਹੈ। ਤੂੰ ਐ ਕਰ, ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਵੀ ਮਿਲਿਆ। ਇਹ ਆਖਰ ਇੱਛਰਾਂ ਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ। ਸ਼ਾਹੀ ਮਹਿਲਾਂ ਵਿੱਚ ਪਹਿਲਾ ਮਹਿਲ ਮਤਰੇਈ ਮਾਂ ਲੂਣਾ ਦਾ ਆਉਂਦਾ ਸੀ। ਲੂਣਾ ਤੇ ਵੀ ਕਹਿਰਾਂ ਦਾ ਰੂਪ ਚੜਿਆ ਹੋਇਆ ਸੀ। ਉਹ ਇਸ ਮਹਿਲ ਵਿੱਚ ਆਈ। ਉਸਨੇ ਸਲਵਾਨ ਤੋਂ ਬਿਨਾਂ ਕਿਸੇ ਹੋਰ ਮਰਦ ਦਾ ਮੂੰਹ ਹੀ ਨਹੀਂ ਸੀ ਦੇਖਿਆ। ਉਹਦੀ ਦੇਖਭਾਲ ਲਈ ਗੋਲੀਆਂ ਸਨ। ਮਰਦ ਜਾਤ ਨੂੰ ਮਹਿਲਾਂ ਵਿੱਚ ਆਉਣ ਦੀ ਮਨਾਹੀ ਸੀ। ਲੂਣਾ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ ਬੁੱਧ ਗੁਆ ਬੈਠੀ। ਉਹ ਸਾਰੀਆਂ ਕਦਰਾਂ ਕੀਮਤਾਂ ਨੂੰ ਛੱਕੇ ਟੰਗ ਕੇ
ਪੂਰਨ ਨਾਲ ਹਰ ਤਰ੍ਹਾਂ ਦੇ ਜਵਾਨੀ ਦੇ ਵਾਸਤੇ ਪਾਉਣ ਲੱਗੀ। ਉਸਨੇ ਅਨੇਕਾਂ ਯਤਨ ਕੀਤੇ, ਤਰਲੇ ਪਾਏ, ਪਰ ਪੂਰਨ ਉੱਤੇ ਉਹਦੀ ਜਵਾਨੀ ਦਾ ਕੋਈ ਅਸਰ ਨਹੀਂ ਸੀ ਹੋਇਆ। ਲੂਣਾ ਦੇ ਬੋਲਾਂ ਵਿੱਚ ਤਰਲਾ ਸੀ, ਉਹ ਭਾਵਾਂ ਦੇ ਬਹਿਣ ਵਿੱਚ ਬਹਿ ਤੁਰੀ। ਉਹਨੇ ਪੂਰਨ ਨੂੰ ਕਲਾ ਵਿੱਚ ਭਰ ਕੇ ਆਪਣੀ ਸੇਜ ਤੇ ਛੁੱਟਣਾ ਚਾਹਿਆ, ਪਰ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਸੰਭਾਲ ਲਿਆ ਤੇ ਉਸ ਪਾਛੋਂ ਛੁਡਾ ਲਿਆ ਤੇ ਸਹਿਜ ਕੇ ਬੋਲਿਆ, ਮਾਤਾ ਹੋਸ਼ ਕਰ, ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ? ਮੇਰੇ ਬਾਪ ਨੇ ਤੈਨੂੰ ਪਰਣਾ ਕੇ ਲਿਆਂਦਾ, ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਹੈ, ਭਲਾ ਮੈਂ ਤੇਰੀ ਮਾਂ ਕਿੱਧਰੋਂ ਲੱਗਦੀ ਆਂ ਜ਼ਾਲਮਾ? ਲੂਣਾ ਬੋਲੀ, ਨਾ ਮੈਂ ਤੈਨੂੰ ਜਨਮ ਦਿੱਤਾ, ਨਾ ਮੈਂ ਆਪਣਾ ਤੈਨੂੰ ਦੁੱਧ ਪਿਆਇਆ, ਮੇਰੇ ਪਤੀ ਮੇਰੇ ਬਾਪ ਦੇ ਹਾਣ ਦੇ ਨੇ, ਸਾਡਾ ਰਿਸ਼ਤਾ ਨਹੀਂ, ਸਾਡਾ ਕੋਈ ਮੇਲ ਨਹੀਂ, ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਪੂਰਨ। ਆਪਣੀ ਜਵਾਨੀ ਦਾ ਮਾਣ ਰੱਖ, ਮੈਂ ਸਾਰੀ ਜ਼ਿੰਦਗੀ ਤੇਰਾ ਅਹਿਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ। ਲੂਣਾ ਪੂਰਨ ਅੱਗੇ ਤਰਲੇ ਪਾ ਰਹੀ ਸੀ, ਪਰੰਤੂ ਪੂਰਨ ਉੱਤੇ ਉਹਦੀ ਚੜੀ ਜਵਾਨੀ ਦਾ ਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ। ਉਹ ਅਡੋਲ ਖਲੋਤਾ, ਆਪਣੇ ਧਰਮ ਤੇ ਪਹਿਰਾ ਦਿੰਦਾ, ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ। ਉਸ ਪਾਸੋਂ ਕੋਈ ਅਜਿਹੀ ਅਵਿਗਿਆ ਨਾ ਹੋ ਜਾਵੇ, ਅਜਿਹੀ ਕੋਈ ਗਲਤੀ ਨਾ ਹੋ ਜਾਵੇ ਜਿਸ ਦਾ ਉਹਨੂੰ ਬਾਅਦ 'ਚ ਪਛਤਾਉਣਾ ਪਵੇ। ਉਸਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਮਹਿਲਾਂ 'ਚੋਂ ਬਾਹਰ ਆ ਗਿਆ। ਲੂਣਾ ਨੂੰ ਰੋਸ ਸੀ ਕਿ ਪੂਰਨ ਨੇ ਉਹਦੀ ਕੋਈ ਕਾਮਨਾ ਪੂਰੀ ਨਹੀਂ ਕੀਤੀ। ਹੁਣ ਉਹ ਉਸ ਪਾਸੋਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਲੈ ਲਈ ਨਾਗਣ ਦਾ ਰੂਪ ਧਾਰ ਕੇ ਬਹਿ ਗਈ। ਜਦੋਂ ਸ਼ਾਮ ਹੋਈ, ਹਨੇਰਾ ਪਸਰਿਆ, ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲਾਂ 'ਚ ਪੁੱਜਾ, ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਦੀਵਾ ਬੱਤੀ ਨਹੀਂ, ਸਾਰੇ ਸ਼ਮਾਂ-ਦਾਨ ਗੁੱਲ ਹੋਏ ਪਏ ਨੇ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ਤੇ ਆਪ ਵੀ ਨਹੀਂ ਸੀ ਆਈ। ਉਹ ਰਾਣੀ ਦੇ ਕਮਰ ਵੱਲ ਵੜਿਆ, ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਸੀ। ਉਸਦਾ ਹਾਰ ਸ਼ਿੰਗਾਰ ਇੱਧਰ ਉੱਧਰ ਖਿੰਡਿਆ ਪਿਆ ਸੀ। ਮੇਰੀਏ ਲਾਡੋ ਰਾਣੀਏ, ਦੱਸ ਖਾਂ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ, ਜਿਸ ਬਦਲੇ ਤੂੰ ਮੂੰਹ ਸਜਾਇਆ ਹੋਇਆ ਹੈ। ਸਲਵਾਨ ਨੇ ਲੂਣਾ ਨੂੰ ਬਿਠਾ ਲਿਆ ਤੇ ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ 'ਚ ਆ ਗਈ ਤੇ ਟਕੋਰੇ ਭਰਦਿਆਂ ਰਾਜੇ ਨੂੰ ਕਹਿਣ ਲੱਗੀ, ਰਾਜਨ, ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ। ਸ਼ਾਇਦ ਤੁਹਾਡੇ ਮਨ ਨਾ ਲੱਗੇ, ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਮੇਰੇ ਤੇ ਐਡਾ ਕਹਿਰ ਵਾਪਰ ਜਾਏਗਾ। ਭਲਾ ਕੋਈ ਪੁੱਤ ਆਪਣੀ ਮਾਂ ਦੇ ਸੱਤ ਨੂੰ ਭੰਗ ਕਰਨ ਬਾਰੇ ਸੋਚ ਸਕਦਾ ਹੈ? ਰਾਜਾ, ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੈਂ ਮਸਾਂ ਉਹਦੇ ਚੁੰਗਲ 'ਚੋਂ ਬਚ ਕੇ ਨਿਕਲੀ ਹਾਂ। ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਗਿਆ ਕਿ ਪੂਰਨ ਦੀ ਇਹ ਜੁਰਤ, ਮੈਂ ਤਾਂ ਉਹਨੂੰ ਮਾਰ ਦਿਆਂਗਾ, ਮੈਂ ਉਸਨੂੰ ਅਜਿਹੀ ਸਜ਼ਾ ਦਿਆਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ। ਭੈੜਾ ਸਲਵਾਨ ਕੀ ਜਾਣੇ, ਲੂਣਾ ਨੇ ਤਾਂ ਪੂਰਨ ਤੇ ਤੋਹਮਤ ਲਾਉਣ ਖਾਤਰ ਤ੍ਰਿਆ ਚਰਿੱਤਰ ਦੀ ਚਾਲ ਚੱਲੀ ਸੀ। ਅਗਲੀ ਪਲਕ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ। ਉਸ ਉੱਤੇ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸੁਣਾਇਆ ਗਿਆ। ਬੇਗਨਾ ਪੂਰਨ ਦੀ ਕਿਸੇ ਨੇ ਵੀ ਇੱਕ ਨਾ ਸੁਣੀ। ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ। ਰਾਣੀ ਇੱਛਰਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ, ਜਿਹਨੇ ਅਜੇ ਕੁਝ ਪਲ ਹੀ ਅੱਖਾਂ ਭਰ ਕੇ ਆਪਣੇ ਬੇਟੇ ਨੂੰ ਤੱਕਿਆ ਸੀ। ਸ਼ਹਿਰ ਦੀ ਜਨਤਾ ਵੀ ਮੂਕ ਬਣੀ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ। ਰਾਜੇ ਦਾ ਤਪ ਤੇ ਜੀ ਇੰਨਾ ਸੀ ਕਿ ਕਿਸੇ ਦਾ ਹਾਦਾ ਨਾਰਾ ਮਾਰਨ ਦੀ ਵੀ ਜ਼ਰੂਰਤ ਨਹੀਂ ਸੀ ਹੋਈ।
ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ। ਜੰਗਲ 'ਚ ਜਾ ਕੇ ਉਹ ਉਹਨੂੰ ਵੱਢ ਟੁੱਕ ਕੇ ਇੱਕ ਬੇਰਾਨ ਖੂਹ ਵਿੱਚ ਧੱਕਾ ਦੇ ਆਉਂਦੇ ਨੇ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾਏ ਹਨ। ਕੁਦਰਤ ਦੀ ਕਰਨੀ ਵੇਖੋ, ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਢਿਆ ਟੁੱਕਿਆ ਪਿਆ ਸੀ। ਇੱਕ ਜੋਗੀ ਨੇ ਜਦੋਂ ਪਾਣੀ ਭਰਨ ਲਈ ਖੂਹ ਵਿੱਚ ਡੋਲ ਫਰਾਇਆ ਤਾਂ ਉਸ ਨੂੰ ਕਿਸੇ ਬੱਚੇ ਦੀ ਆਵਾਜ਼ ਸੁਣਾਈ ਦਿੱਤੀ ਜੋ ਕਰਾ ਰਿਹਾ ਸੀ। ਉਹਨੇ ਜੋਗੀ ਕੋਲ ਆ ਕੇ ਗੱਲ ਕੀਤੀ ਤੇ ਜੋਗੀ ਨੇ ਕਿਹਾ ਕਿ ਉਹਨੂੰ ਖੂਹ ਵਿੱਚੋਂ ਬਾਹਰ ਕੱਢ ਕੇ ਮੇਰੇ ਪਾਸ ਲੈ ਕੇ ਆਓ। ਪੂਰਨ ਨੂੰ ਖੂਹ ਵਿੱਚੋਂ ਕੱਢਿਆ ਗਿਆ ਤੇ ਉਸਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਟਿੱਲੇ ਤੇ ਲੈ ਆਏ। ਗੋਰਖ ਦੀ ਤਿਮਾਰਦਾਰੀ, ਸਨੇਹ ਤੇ ਉਸਦੇ ਥਾਪੜੇ ਨੇ ਉਸਨੂੰ ਕੁਝ ਦਿਨਾਂ ਵਿੱਚ ਹੀ 9/9 ਕਰ ਦਿੱਤਾ। ਗੋਰਖਨਾਥ ਦੀ ਤਲਿਸਮੀ ਸ਼ਖਸੀਅਤ ਨੇ ਪੂਰਨ ਨੂੰ ਅਜਿਹਾ ਕੀਲਿਆ ਕਿ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ ਵਿੱਚ ਹੀ ਅਰਪਣ ਕਰ ਦਿੱਤਾ ਤੇ ਯੋਗ ਸਾਧਨਾ ਵਿੱਚ ਜੁਟ ਗਿਆ। ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ। ਗੋਰਖ ਤੁਰਠਿਆ, ਉਹਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪਵਾ ਕੇ ਜੋਗੀ ਬਣਾ ਦਿੱਤਾ। ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਭਿੱਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝੱਲਿਆ ਨਾ ਗਿਆ। ਉਹਨਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ। ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਕੇ ਆਈ ਤੇ ਪੂਰਨ ਦੀ ਬਗਲੀ 'ਚ ਲੱਦ ਦਿੱਤਾ। ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਨਾ ਦੇਖਿਆ। ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ। ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜਿਆ ਤੇ ਆਖਿਆ ਕਿ ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ, ਸਾਨੂੰ ਹੀਰੇ ਮੋਤੀ ਨਹੀਂ ਚਾਹੀਦੇ। ਪੂਰਨ ਉਸੇ ਪੈਰੀ ਵਾਪਸ ਮੁੜਿਆ ਤੇ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਕੇ ਅਲਖ ਜਗਾਈ। ਰਾਣੀ ਸੁੰਦਰਾਂ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ, ਪੂਰਨ ਤੇ ਫਿਦਾ ਹੋ ਗਈ। ਉਹ ਪੂਰਨ ਨੂੰ ਬਾਰ-ਬਾਰ ਵੇਖੀ ਜਾ ਰਹੀ ਸੀ। ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀ ਗੋਰਖ ਦੇ ਟਿੱਲੇ ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਜਾ ਕੇ ਸੀਸ ਨਿਵਾਇਆ। ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਡ ਕੇ ਗੋਰਖ ਤਰੁੱਟ ਪਿਆ। ਰਾਣੀ, ਮੰਗ ਜੋ ਮੰਗਣਾ, ਤੇਰੀ ਹਰ ਮੁਰਾਦ ਪੂਰੀ ਹੋਵੇਗੀ। ਰਾਣੀ ਸੁੰਦਰਾਂ ਬੋਲੀ, ਕਿਸੇ ਚੀਜ਼ ਦੀ ਲੋੜ ਨਹੀਂ ਨਾਥ ਜੀ। ਸੁੰਦਰਾਂ ਨੇ ਦੋਵੇਂ ਹੱਥ ਜੋੜ ਕੇ ਗੋਰਖਨਾਥ ਨੂੰ ਕਿਹਾ, ਅਜੇ ਵੀ ਮੰਗ ਲੈ। ਗੋਰਖਨਾਥ ਮੁੜ ਬੋਲਿਆ, ਨਾਥ ਜੀ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ। ਰਾਣੀ ਸੁੰਦਰਾਂ ਭਾਵੁਕ ਹੋਈ ਆਖ ਰਹੀ ਸੀ, ਤੀਜਾ ਬਚਨ ਹੈ, ਮੰਗ ਲੈ ਰਾਣੀਏ। ਸੁੰਦਰਾਂ ਲਈ ਇਹੋ ਯੋਗ ਅਵਸਰ ਸੀ। ਉਸਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, ਮੇਰੇ ਨਾਥ ਜੇ ਮੇਰੇ ਤੇ ਤਰੁੱਠੇ ਹੋ ਤਾਂ ਮੈਨੂੰ ਪੂਰਨ ਦੇ ਦਿਓ। ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ। ਗੋਰਖਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ। ਰਾਣੀ ਨੇ ਉਹਦੀਆਂ ਸ਼ੈਆਂ ਖਾਤਰਾਂ ਕੀਤੀਆਂ, ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੋਹਲ ਤੇ ਨਖਰੇ ਭਰਮਾ ਨਾ ਸਕੇ। ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ ਤੇ ਉਸਨੇ ਇੱਕ ਵਾਰ ਵੀ ਅੱਖ ਪੱਟ ਕੇ ਰਾਣੀ ਸੁੰਦਰਾਂ ਨੂੰ ਵੇਖਿਆ ਨਹੀਂ ਤੇ ਰਾਣੀ ਨੇ ਹਰ ਤਰ੍ਹਾਂ ਦਾ ਹੀਲਾ ਵਰਤਿਆ ਪੂਰਨ ਨੂੰ ਭਰਮਾਉਣ ਲਈ, ਪਰ ਪੂਰਨ ਨੇ ਤਾਂ ਉਹਦੇ ਵੱਲ ਵੇਖਿਆ ਹੀ ਨਾ। ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋੜ ਦਿੱਤੀਆਂ ਤੇ ਆਪ ਮਹਿਲਾਂ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰਖਤਾਂ ਦੇ ਝੁੰਡੋਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਪੂਰਨ ਦੇ ਪ੍ਰੇਮ 'ਚ ਦੀਵਾਨੀ ਹੋਈ ਸੁੰਦਰਾਂ ਉਹਦਾ ਓਲੇ ਹੋਣਾ ਬਰਦਾਸ਼ਤ ਨਾ ਕਰ ਸਕੀ। ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ। ਸੁੰਦਰਾਂ ਨੇ ਵੇਖਦੇ ਵੇਖਦੇ
ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ। ਪੂਰਨ ਜੋਗੀ ਬਣਿਆ, ਜੋਗ ਦਾ ਚਾਨਣ ਵੰਡਦਾ ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ। ਸਲਮਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ। ਰਾਣੀ ਇੱਛਰਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਅੰਨ੍ਹੀ ਹੋ ਗਈ ਸੀ। ਲੂਣਾ ਦੀ ਕੁੱਖ ਅਜੇ ਤੱਕ ਹਰੀ ਹੀ ਨਹੀਂ ਸੀ ਹੋਈ। ਸਲਮਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੋਈ ਨਹੀਂ। ਘੁੰਮਦਾ ਘੁੰਮਦਾ ਪੂਰਨ ਪੂਰੇ 12 ਵਰ੍ਹੇ ਮਗਰੋਂ ਜੋਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ। ਸ਼ਹਿਰੋਂ ਬਾਹਰ ਉੱਜੜੇ ਹੋਏ ਬਾਗ ਵਿੱਚ ਉਸਨੇ ਧੂਣੀ ਤਪਾਈ ਤੇ ਸਮਾਧੀ ਵਿੱਚ ਲੀਨ ਹੋ ਗਿਆ। ਪਲਾਂ ਛਿਨਾਂ ਵਿੱਚ ਹੀ ਉੱਜੜਿਆ ਬਾਗ ਹਰਾ ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ। ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ। ਉਹਨੇ ਵੀ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫੈਸਲਾ ਕਰ ਲਿਆ। ਸਲਵਾਨ ਰਾਣੀਆਂ ਸਮੇਤ ਧੂਣਾ ਤਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖਾਂ ਖੋਲ੍ਹ ਕੇ ਵੇਖਿਆ ਕਿ ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ। ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇੱਛਰਾਂ ਦੇ ਚਰਨ ਛੂਹੇ। ਉਹਦੀ ਛੋਹ ਪ੍ਰਾਪਤ ਕਰਕੇ ਇੱਛਰਾਂ ਬੋਲੀ, ਬੇ ਪੁੱਤ ਜੋਗੀਆ, ਤੂੰ ਤਾਂ ਮੇਰੇ ਪੁੱਤ ਪੂਰਨ ਸਮਾਨ ਲੱਗਦਾ ਹੈ। ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੋਹ ਪ੍ਰਾਪਤ ਕਰਕੇ ਇੱਛਰਾਂ ਦੀਆਂ ਅੱਖਾਂ ਵਿੱਚ ਜੋਤ ਮੁੜ ਪਰਤ ਆਈ ਸੀ ਤੇ ਉਹਦੀਆਂ ਛਾਤੀਆਂ ਵਿੱਚੋਂ ਵੀ ਮਮਤਾ ਦਾ ਦੁੱਧ ਛਲਕ ਕੇ ਪਿਆ ਸੀ। ਪੂਰਨ ਦੇ ਮੁਖੜੇ ਤੇ ਅਨੂਠੇ ਜਲਾਲ ਸੀ। ਸਲਵਾਨ ਸੁੰਨ ਹੋਇਆ ਸਭ ਦੇਖ ਰਿਹਾ ਸੀ। ਉਸਦੇ ਬੋਲ ਫਰਕ ਰਹੇ ਸਨ ਪਰ ਸਮਝ ਨਹੀਂ ਸੀ ਆ ਰਿਹਾ ਉਸਨੂੰ। ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ਜੋਗੀ ਜੀ ਸਾਡੇ ਤੇ ਦਇਆ ਕਰੋ, ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ। ਪੁੱਤ ਤਾਂ ਰਾਜੇ ਦਾ ਹੈਗਾ, ਹੋਰ ਪੁੱਤ ਦੀ ਕੀ ਲੋੜ ਹੈ? ਜੋਗੀ ਨੇ ਬੋਲ ਕੇ ਆਖਿਆ। ਜੋਗੀ ਜੀ, ਪੁੱਤ ਮੇਰਾ ਹੈ ਨਹੀਂ, ਹੈ ਸੀ, ਪਰ ਕੁਕਰਮ ਕਰਕੇ ਇਸ ਦੁਨੀਆ 'ਚ ਨਹੀਂ ਰਿਹਾ। ਇੰਨਾ ਆਖ ਰਾਜੇ ਦਾ ਗਲਾ ਭਰ ਆਇਆ। ਲੂਣਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ। ਉਹਦੀਆਂ ਅੱਖੀਆਂ 'ਚੋਂ ਵੀ ਪਛਤਾਵੇ ਦੇ ਹੰਝੂ ਬਹਿ ਤੁਰੇ। ਜੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਕਵਾਲ ਕਰ ਹੀ ਲਿਆ। ਜੋਗੀ ਜੀ, ਕਸੂਰ ਤਾਂ ਮੇਰਾ ਹੀ ਸੀ। ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ, ਮੈਂ ਡੋਲ ਗਈ। ਉਹਦਾ ਕੋਈ ਕਸੂਰ ਨਹੀਂ ਸੀ, ਮੈਂ ਹੀ ਉਸ ਤੇ ਝੂਠੀ ਤੋਹਮਤ ਲਾਈ ਸੀ। ਇਹ ਸੁਣ ਕੇ ਸਲਵਾਨ ਨੇ ਤਾਂ ਮਿਆਨ ਵਿੱਚੋਂ ਤਲਵਾਰ ਬਾਹਰ ਕੱਢ ਲਈ ਤੇ ਲੂਣਾ ਦਾ ਸਿਰ ਲਾਉਣ ਦੀ ਲਈ ਬਾਂਹ ਅਜੇ ਉਹ ਤਾਂ ਚੱਕੀ ਹੀ ਸੀ ਕਿ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ ਕਿ ਇਹਨੂੰ ਖਿਮਾ ਕਰ ਦਿਓ, ਤੁਹਾਡਾ ਪੁੱਤ ਅਜੇ ਜਿਉਂਦਾ ਹੈ। ਮੈਂ ਹੀ ਤਾਂ ਤੁਹਾਡਾ ਪੁੱਤ ਪੂਰਨ ਹਾਂ। ਬੈਰਾਗ ਦੇ ਹੰਝੂ ਬਹਿ ਤੁਰੇ। ਇੱਛਰਾਂ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਉਸ ਨਾਲ ਬਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲ ਹੀ ਚੱਲਣ ਲਈ ਆਖਿਆ, ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਜ ਭਾਗ ਤਾਂ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਤਾਂ ਸਭ ਕੁਝ ਤਿਆਗ ਚੁੱਕਿਆ। ਉਹਨੇ ਭਿੱਖਿਆ ਦੇ ਖੱਪਰ ਵਿੱਚੋਂ ਚੌਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ ਕਿ ਤੁਸੀਂ ਸਭ ਆਪਣੇ ਘਰ ਨੂੰ ਮੁੜ ਜਾਓ। ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ। ਤੁਹਾਡੀ ਝੋਲੀ ਵਿੱਚ ਵੀ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਿਸ ਬਣੇਗਾ। ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਅਗਾਂਹ ਨੂੰ ਚੱਲ ਪਿਆ।